ਮਲਾਦ ਲਿੰਕ ਰੋਡ ਉੱਤੇ ਉਹ ਬਹੁਤ ਹੀ ਵੱਡੀ ਸਾਰੀ ਮਾਲ ਆਪਣੇ ਪੂਰੇ ਬਣ ਜਾਣ ਦੇ ਅਖੀਰੀ ਪੜਾਵਾਂ 'ਤੇ ਸੀ। ਕੋਈ 3 ਸਾਲ ਹੀ ਲੱਗ ਗਏ ਸਨ ਇਸ ਕੰਮ ਲਈ ਅਤੇ 4,000 ਪ੍ਰਵਾਸੀ ਕਾਮਿਆਂ ਦੀ ਇੱਕ ਵੱਡੀ ਸਾਰੀ ਫੌਜ ਭਾਰਤ ਦੇ ਸਭ ਤੋਂ ਚੰਗਿਆਂ ਵਿੱਚੋਂ ਚੁਣ ਲੱਭੀ। ਅੰਦਰਲਾ ਤਾਂ ਸਭ ਤਿਆਰ ਸੀ, ਹੁਣ ਤਾਂ ਬਸ ਜਨਤਕ ਤੌਰ 'ਤੇ ਮਾਲ ਖੋਲ੍ਹ ਦੇਣ ਤੋਂ ਪਹਿਲਾਂ ਇਸ ਵਿੱਚ ਹੀ ਬਣੇ ਮਲਟੀਪਲੈਕਸ ਦੀਆਂ ਅਖੀਰੀ ਕੁਝ ਬਾਰੀਕੀਆਂ ਨੂੰ ਹੀ ਨਗਰ ਨਿਗਮੀ ਅਹੁਦੇਦਾਰਾਂ ਨੇ ਪਾਸ ਕਰਨਾ ਸੀ। ਮਾਲ ਦੇ ਪਿਛਲੇ ਬੰਨੇ ਉਗੜ ਦੁਗੜੀਆਂ ਕਈ ਸਾਰੀਆਂ ਕਤਾਰਾਂ ਵਿੱਚ ਖਲੋਤੀਆਂ ਕਾਮਿਆਂ ਅਤੇ ਉਹਨਾਂ ਦੇ ਪਰਿਵਾਰਾਂ ਦੇ ਰਹਿਣ ਦੀਆਂ ਝੁੱਗੀਆਂ ਨੇ ਤਾਂ ਆਪਣਾ ਨਿੱਕ ਸੁੱਖ ਬੰਨ੍ਹਣਾ ਸ਼ੁਰੂ ਵੀ ਕਰ ਦਿੱਤਾ ਹੋਇਆ ਸੀ ਗੋਰੇਗਾਂਵ ਈਸਟ ਜਾਣ ਲਈ, ਜਿੱਥੇ ਇੱਕ ਹੋਰ ਮਾਲ ਉਸਰਨੀ ਸੀ। 9 ਸਾਲਾਂ ਦੀ ਸੁਧਾ ਕੁਮਾਰੀ ਅਤੇ 1 ਸਾਲ ਦਾ ਉਸਦਾ ਭਰਾ ਓਮ ਪ੍ਰਕਾਸ਼ ਆਪਣੀ ਝੁੱਗੀ ਅੱਗੇ ਦੀ ਨਿੱਕੀ ਜਿਹੀ ਥਾਂ 'ਚ ਬੈਠੇ ਗਿੱਲੀ ਮਿੱਟੀ ਨਾਲ ਖੇਡ ਰਹੇ ਸਨ। ਉਹਨਾਂ ਨੂੰ ਆਪਣੀ ਮਾਂ ਦੀਆਂ ਖਣਕਦੀਆਂ ਵੰਗਾਂ ਦੀ ਅਤੇ ਉਸਦੇ ਝਕੇ ਜਿਹੇ ਹਾਸੇ ਦੀ ਆਵਾਜ਼ ਆ ਰਹੀ ਸੀ। ਹਰ ਵਾਰ ਜਦੋਂ ਨਿੱਕੜਾ ਓਮ ਪ੍ਰਕਾਸ਼ ਆਪਣੀਆਂ ਹੁਣੇ ਜਿਹੇ ਟੁਰਨ ਲੱਗੀਆਂ ਲੱਤਾਂ ਨਾਲ ਉਸ ਬੰਦ ਬੂਹੇ ਵੱਲ ਨੂੰ ਹੁੰਦਾ ਜਿੱਥੋਂ ਉਸਦੀ ਮਾਂ ਦੀ ਆਵਾਜ਼ ਸੁਣਦੀ ਪਈ ਸੀ, ਉਸਦੀ ਵੱਡੀ ਭੈਣ ਆਪ ਮੁਹਾਰੇ ਹੀ ਅਤੇ ਪਕਿਆਈ ਨਾਲ ਉਸਨੂੰ ਆਪਣੇ ਨਾਲ ਲਾ ਲੈਂਦੀ। ਕੁਝ ਚਿਰ ਬਾਅਦ ਅੰਮਾ ਬਾਹਰ ਨਿਕਲੀ। ਓਮ ਪ੍ਰਕਾਸ਼ ਝੱਟ ਦੇ ਨਹੀਂ ਉਸ ਵੱਲ ਉਲਰਿਆ, ਪਰ ਸੁਧਾ ਉਤਾਂ ਆਪਣੀ ਮਾਂ ਵੱਲ ਨੂੰ ਤੱਕਦੀ ਕੁਝ ਹੈਰਾਨੀ ਨਾਲ ਸੋਚ ਰਹੀ ਸੀ ਕਿ ਉਸਦੀ ਮਾਂ ਹੋਰ ਤਰ੍ਹਾਂ ਦੀ ਕਿਉਂ ਲੱਗ ਰਹੀ ਹੈ। ਉਸਦਾ ਜੂੜਾ ਖੁੱਲ੍ਹਾ ਸੀ ਅਤੇ ਉਸਦੀ ਮੋਟੀ ਲਾਲ ਸੰਧੂਰੀ ਬਿੰਦੀ ਹਿੱਲੀ ਹੋਈ ਸੀ। ਉਸਦੀਆਂ ਗੱਲਾਂ ਭਖੀਆਂ ਹੋਈਆਂ ਸਨ ਅਤੇ ਉਸਦੀਆਂ ਮੁਸਕਰਾਉਂਦੀਆਂ ਅੱਖਾਂ ਚਮਕ ਰਹੀਆਂ ਸਨ ਜਦੋਂ ਉਸਨੇ ਮੁਹਾਰਤ ਨਾਲ ਇੱਕੋ ਹੱਥ ਨਾਲ ਓਮ ਪ੍ਰਕਾਸ਼ ਨੂੰ ਚੁੱਕ ਢਾਕੀ ਲਾ ਲਿਆ। ਇਸ ਤੋਂ ਪਹਿਲਾਂ ਕਿ ਸੁਧਾ ਆਪਣੀ ਮਾਂ ਕੋਲ ਨੂੰ ਹੁੰਦੀ, ਉਸ ਆਦਮੀ ਨੇ ਬੂਹੇ ਪਿੱਛਿਓਂ ਇੱਕ ਜ਼ੋਰ ਦੇ ਨਾਲ ਬਾਹਰ ਆ ਉਸਦਾ ਸਿਰ ਪਲੋਸਿਆ। ਹਾਲਾਂਕਿ ਉਹ ਉਸਨੂੰ ਦੇਖਣ ਦੀ ਆਦੀ ਸੀ ਅਤੇ ਉਸਨੂੰ ਪਸੰਦ ਵੀ ਕਰਦੀ ਸੀ, ਉਹ ਕਦੇ ਉਸ ਅੱਗੇ ਆਮ ਵਾਂਗ ਨਾ ਹੋ ਸਕਦੀ ਹੁੰਦੀ। ਚੱਲ ਥੋੜ੍ਹੇ ਪੈਸੇ ਤੋਂ ਨਿਕਾਲ। ਸੁਧਾ ਹੈਰਾਨ ਸੀ ਕਿ ਉਹ ਆਦਮੀ ਉਸਦੀ ਮਾਂ ਤੋਂ ਪੈਸੇ ਕਿਉਂ ਮੰਗ ਰਿਹਾ ਸੀ। ਤੂੰ ਕਿਉਂ ਨਹੀਂ ਕਦੇ ਤਾਂ ਦਿੰਦਾ ਮੈਨੂੰ? ਅੰਮਾ ਦੀ ਆਵਾਜ਼ ਰਸੀਲੀ ਸੰਗ 'ਚ ਬੈਠੀ ਜਿਹੀ ਮਿੱਠੀ ਆ ਰਹੀ ਸੀ ਸੁਣਨ ਨੂੰ। ਮੈਂ ਤੈਨੂੰ ਕੁਝ ਬਹੁਤ ਚੰਗਾ ਲੱਗਦਾ ਹੈ ਜੋ ਦਿੰਦਾ ਰਹਿੰਦਾ ਕਿ ਨਹੀਂ? ਉਹ ਆਦਮੀ ਮੂੰਹ ਖੋਲ੍ਹ ਕੇ ਜਿਹੇ ਮੁਸਕਰਾਇਆ ਅਤੇ ਨਾਲ ਹੀ ਉਸਨੇ ਕੁਝ ਗੁਟਕਾ ਥੁੱਕ ਕੇ ਨਵੇਂ ਪੈਕੇਟ ਲਈ ਆਪਣੀਆਂ ਜੇਬਾਂ ਫਰੋਲੀਆਂ। ਇਹ ਮਿਲ ਜਾਣ 'ਤੇ ਮੁਹਾਰਤ ਨਾਲ ਆਪਣੇ ਮੂਹਰਲੇ ਦੰਦਾਂ ਨਾਲ ਇਸ ਨੂੰ ਪਾੜਦੇ ਨੇ ਇਸ ਵਿਚਲਾ ਮਾਲ ਆਪਣੇ ਮੂੰਹ 'ਚ ਸੁੱਟਿਆ, ਪਰ ਪਹਿਲਾਂ ਇੱਕ ਨਿੱਕਾ ਜਿਹਾ ਟੁਕੜਾ ਓਮ ਪ੍ਰਕਾਸ਼ ਦੇ ਲਾਲਚੀ ਮੂੰਹ 'ਚ ਰੱਖ ਕੇ ਹੀ। ਉੱਧਰ ਓਮ ਪ੍ਰਕਾਸ਼ ਇਸ ਦੇ ਸਿਰ ਨੂੰ ਚੜ੍ਹਦੇ ਤਿੱਖੇਪਨ ਦਾ ਸਵਾਦ ਮਾਣ ਰਿਹਾ ਸੀ। ਇੱਧਰ ਅੰਮਾ ਲਾਡ ਨਾਲ ਹੱਸੀ, ਲਾਪਰਵਾਹੀ ਨਾਲ ਉਸਨੂੰ ਸੁਧਾ ਦੀਆਂ ਖੁੱਲ੍ਹੀਆਂ ਬਾਹਾਂ ਵਿੱਚ ਫੜਾਇਆ, ਆਪਣਾ ਸਾੜੀ ਦਾ ਪੱਲੂ ਆਪਣੀ ਕਮਰ 'ਚ ਤੁੰਨਿਆ ਅਤੇ ਕੰਧ 'ਚ ਬਣੇ ਇੱਕ ਆਲੇ ਵੱਲ ਹੋਈ ਜਿੱਥੇ ਇੱਕ ਬਹੁਤ ਪੁਰਾਣਾ ਜਿਹਾ ਬਿਸਕੁਟਾਂ ਦਾ ਟੀਨ ਦਾ ਡੱਬਾ ਪਿਆ ਸੀ। ਇਸ ਨੂੰ ਜੰਗ ਲੱਗਾ ਸੀ ਅਤੇ ਇਸ ਦਾ ਕੋਈ ਰੰਗ ਨਹੀਂ ਸੀ ਰਹਿ ਗਿਆ ਹੋਇਆ, ਪਰ ਅੰਮਾ ਨੇ ਬੜੀ ਫੁਰਤੀ ਨਾਲ ਇਸ ਦੇ ਢੱਕਣ ਨੂੰ ਹੱਥ ਪਾਇਆ ਅਤੇ ਝੱਟ ਖੋਲ੍ਹ ਲਿਆ। ਉਸਨੇ ਨੀਝ ਲਾ ਕੇ ਟੀਨ ਦੇ ਉਸ ਡੱਬੇ ਵਿੱਚ ਝਾਕਿਆ। ਉਸ ਡੱਬੇ ਵਿੱਚ ਸਾਰਾ ਪੈਸਾ ਕੱਢ ਲਿਆ ਸਮੇਤ ਅੱਧੀ ਕੁ ਮੁੱਠ ਭਾਣ ਦੇ ਅਤੇ ਉਸ ਆਦਮੀ ਦੀ ਹਥੇਲੀ 'ਚ ਫੜਾ ਦਿੱਤਾ ਜਿਸ ਨੇ ਇਹ ਅਣਗਹਿਲੀ ਜਿਹੀ ਨਾਲ ਜੇਬ 'ਚ ਪਾ ਆਪਣੀ ਫਟੀਚਰ 2 ਪਹੀਏ ਨੂੰ ਕਿੱਕ ਮਾਰੀ ਅਤੇ ਈਂਧਨ ਦਾ ਕੱਢਿਆ ਗੂੜਾ ਸਲੇਟੀ ਬੱਦਲ ਛੱਡਦਾ ਹੋ ਗਿਆ। ਜਿਵੇਂ ਇਹੀ ਪਲ ਮਿਥਿਆ ਗਿਆ ਹੋਏ ਉਸਦੇ ਮੰਚ 'ਤੇ ਆਉਣ ਦਾ, ਨਾਲ ਦੀ ਝੁੱਗੀ 'ਚੋਂ ਭਾਰਤੀ ਚਾਚੀ ਆ ਨਿਕਲੀ। ਜਿਵੇਂ ਇਹੀ ਪਲ ਮਿਥਿਆ ਗਿਆ ਹੋਏ ਉਸਦੇ ਮੰਚ 'ਤੇ ਆਉਣ ਦਾ, ਨਾਲ ਦੀ ਝੁੱਗੀ 'ਚੋਂ ਭਾਰਤੀ ਚਾਚੀ ਆ ਨਿਕਲੀ। ਇੱਕ ਧੱਕੜਤਾ ਨਾਲ ਕਾਮੁਕ, ਆਪਣੇ ਸਿੱਕੇ ਜਿੱਡੀ ਬਿੰਦੀ ਅਤੇ ਮੋਟੇ ਠੁੱਲੇ ਸਰੀਰ ਨੂੰ ਹੋਰ ਵੀ ਵੱਧ ਉਘਾੜਦੀ ਕਸਵੀਂ 9 ਵਾਰੀ ਸਾੜੀ 'ਚ ਉਹ ਬੜੀ ਜਾਣੀ ਪਛਾਣੀ ਹੋਣ ਵਾਂਗ ਅੰਮਾ ਕੋਲ ਬਹਿ ਗਈ ਅਤੇ ਮਿੱਟੀ ਦੇ ਤੇਲ ਵਾਲਾ ਸਟੋਵ ਚਾਲੂ ਕਰਨ ਵਿੱਚ ਉਸਦੀ ਮਦਦ ਕਰਨ ਲੱਗੀ। ਸਟੋਵ ਨੂੰ ਚਾਲੂ ਕਰਨ ਦੀਆਂ ਕੋਸ਼ਿਸ਼ਾਂ ਅਤੇ ਚਾਹ ਦੇ ਬਣਨ ਦੇ ਦੌਰਾਨ ਭਾਰਤੀ ਚਾਚੀ ਨੇ ਅੰਮਾ ਨੂੰ ਚੜ੍ਹੀ ਹੀ ਜਾਂਦੀਆਂ ਪੈਟਰੋਲ ਦੀਆਂ ਕੀਮਤਾਂ ਦੀਆਂ ਰਾਸ਼ਟਰੀ ਖਬਰਾਂ ਤੋਂ ਲੈ ਕੇ ਆਪਣੇ ਹੀ ਆਸ-ਪਾਸ ਦੇ ਮਜ਼ਦੂਰ ਇੰਤਜ਼ਾਮ ਵਾਲੇ ਮੁੱਦਿਆਂ ਤੱਕ ਦੀਆਂ ਸਾਰੀਆਂ ਨਵੀਆਂ ਵਾਪਰੀਆਂ ਗੱਲਾਂ ਨਾਲ ਲੈਸ ਕਰ ਦਿੱਤਾ। ਆਪਣਾ ਬੈਜ ਨੰਬਰ ਸਾਂਭ ਕੇ ਰੱਖੀ, ਉਸਨੇ ਖਬਰਦਾਰ ਕੀਤਾ।
ਹੁਣ ਅਗਲੀ ਥਾਂ ਲਈ ਉਹੀ ਸਾਡੀ ਟਿਕਟ ਹੈ। ਮੇਰੇ ਮੂਰਖ ਪਿਆਕੜ ਘਰ ਵਾਲੇ ਨੇ ਸਾਡਾ ਤਾਂ ਗਵਾ ਛੱਡਿਆ, ਅਤੇ ਮੈਂ ਹੀ ਜਾਣਦੀ ਹਾਂ ਕਿ ਡੁਪਲੀਕੇਟ ਕਾਪੀ ਲੈਣ ਲਈ ਮੈਨੂੰ ਕੀ ਨਹੀਂ ਕਰਨਾ ਪਿਆ ਸੀ। ਨੀ ਤੈਨੂੰ ਮੇਰੀ ਮਾੜੀ ਕਿਸਮਤ ਦਾ ਤਾਂ ਪਤਾ ਹੀ ਹੈ, ਤੇਰੇ ਤੋਂ ਕੀ ਲੁਕਾਉਣਾ ਹੋਇਆ। ਸੁਧਾ ਕੁਝ ਹੈਰਾਨ ਹੋ ਰਹੀ ਸੀ ਕਿ ਉਸਦੀ ਮਾਂ ਆਪਣੀ ਮਾੜੀ ਕਿਸਮਤ ਦੀਆਂ ਗੱਲਾਂ ਕਿਉਂ ਕਰ ਰਹੀ ਸੀ, ਜਦੋਂ ਕਿ ਕੁਝ ਮਿੰਟਾਂ ਪਹਿਲਾਂ ਹੀ ਤਾਂ ਉਹ ਹੱਸ ਰਹੀ ਸੀ ਅਤੇ ਇੰਨੀ ਖੁਸ਼ ਸੀ। ਮਾਂ ਜੇ ਮਾਂ ਸਾਰੇ ਮਰਦਾਂ ਦੀ, ਆਹ ਸਰਕਾਰ ਵੱਖਰੀ ਸਾਡੀ ਖੁਸ਼ੀ ਦੀ ਮਾਰ ਰਹੀ ਹੈ। ਤੂੰ ਜਾਣਦੀ ਹੈ ਨਾ, ਮੈਂ ਕੱਲ੍ਹ ਰਾਤ TV 'ਤੇ ਦੇਖਿਆ ਸੀ, ਉਹਨਾਂ ਫੇਰ ਮਿੱਟੀ ਦੇ ਤੇਲ ਦੀ ਕੀਮਤ ਵਧਾ ਦਿੱਤੀ ਹੈ। ਇੱਧਰ ਸੁਧਾ ਆਪਣੀ ਮਾਂ ਨੂੰ ਉਹ ਪਖੰਡ ਕਰਦੀ ਨੂੰ ਸੁਣ ਰਹੀ ਸੀ, ਬੜੀ ਹੈਰਾਨੀ ਨਾਲ। ਆਪਣਾ ਉੱਪਰ ਦਾ ਸਾਹ ਉੱਪਰ ਅਤੇ ਹੇਠਾਂ ਦਾ ਸਾਹ ਹੇਠਾਂ ਕਰਕੇ ਗੱਲ ਕਰਨ ਵਾਲਾ, ਜੋ ਹਮੇਸ਼ਾ ਕਰਦੀ ਸੀ ਜਦੋਂ ਵੀ ਭਾਰਤੀ ਚਾਚੀ ਆਲੇ ਦੁਆਲੇ ਆਈ ਹੋਵੇ, ਅਤੇ ਆਪ ਨੂੰ ਵੀ ਉਦੋਂ ਉਸਨੂੰ ਰਤਾ ਕੁ ਚਿੜ ਜਿਹੀ ਵੀ ਆਈ ਜਾ ਰਹੀ ਸੀ ਚਾਚੀ ਦੀ ਇਉਂ ਵਾਰ-ਵਾਰ ਆਪਣੀ ਝੁੱਗੀ 'ਚ TV ਦੇਖਣ ਦੀ ਗੱਲ ਕਰਨ 'ਤੇ, ਜਦੋਂ ਕਿ ਉਹ ਇਹ ਚੰਗੀ ਤਰ੍ਹਾਂ ਜਾਣਦੀ ਸੀ ਕਿ ਉਹਨਾਂ ਕੋਲ ਤਾਂ ਇਹ ਹੈ ਹੀ ਨਹੀਂ ਸੀ। ਸ਼ੇਖੀ ਮਾਰ, ਸੁਧਾ ਨੇ ਸੋਚਿਆ। ਸੁਧਾ ਜਾਣਦੀ ਸੀ ਕਿ ਇਹੀ ਸਮਾਂ ਸੀ ਜਦੋਂ ਅੰਮਾ ਨਿਕੜੇ ਨੂੰ ਤੇਲ ਚੱਸ ਕੇ ਨਵਾਏਗੀ, ਸੋ ਆਪੇ ਬਿਨਾਂ ਕਿਸੇ ਹਿਦਾਇਤ ਦੇ ਤੇਲ ਤਿਆਰ ਕਰਨ ਦੇ ਅਤੇ ਸੰਭਾਲਣ 'ਚ ਨਾ ਆਉਂਦੇ ਆਪਣੇ ਨਿਕੜੇ ਵੀਰ ਦੇ ਕੱਪੜੇ ਲਾਹਣ ਦੇ ਆਪਣੇ ਰੋਜ਼ਾਨਾ ਵਾਲੇ ਕੰਮ ਲੱਗ ਗਈ। ਕਿਆ ਬਾਤ ਹੋਤਾ ਹੈ? ਸੁਧਾ ਨੇ ਮੂੰਹ ਚੁੱਕ ਕੇ ਦੇਖਿਆ ਕਿ ਰੈਣਾ ਬੰਗਾਲਨ ਆਈ ਹੈ। ਅੰਮਾ ਨੇ ਮੁਸਕਰਾ ਕੇ ਉਸਨੂੰ ਜੀ ਆਇਆਂ ਆਖਿਆ, ਪਰ ਭਾਰਤੀ ਚਾਚੀ ਨੇ ਇੰਨੀ ਤਮੀਜ਼ ਕੋਈ ਨਾ ਰੱਖੀ। ਤੁਸੀਂ ਸਾਨੂੰ ਦੱਸਦੇ ਕਿਉਂ ਨਹੀਂ? ਕਿਆ ਬਾਤ ਹੋਤਾ ਹੈ? ਕੀ ਚੱਲ ਰਿਹਾ ਹੈ? ਮੈਂ ਸੁਣਿਆ ਪੀਲੇ ਕਾਰਡ ਵਾਲੇ ਤੁਹਾਡੇ ਘਰ ਆਏ ਸੀ, ਸਭ ਠੀਕ ਤਾਂ ਹੈ? ਭਾਰਤੀ ਚਾਚੀ ਦਾ ਸੁਰ ਹੇਠੀ ਕਰਨ ਵਾਲਾ ਸੀ। ਹਾਲਾਂਕਿ ਸੁਧਾ ਆਪਣੇ ਕੰਮ ਓਨੀ ਹੀ ਚੁੱਪੀ ਅਤੇ ਨਾ ਰੜਕਣ ਵਾਲੇ ਢੰਗ ਨਾਲ ਲੱਗੀ ਹੋਈ ਸੀ ਜਿੰਨਾ ਉੱਥੇ ਦੀਆਂ ਨਿੱਕੀਆਂ ਕੁੜੀਆਂ ਨੂੰ ਸਿਖਾਇਆ ਗਿਆ ਹੁੰਦਾ ਹੈ, ਫਿਰ ਵੀ ਪੀਲੇ ਕਾਰਡ ਦੀ ਗੱਲ ਆਈ ਤਾਂ ਉਸਦੇ ਕੰਨ ਖੜੇ ਹੋ ਗਏ। ਭਾਵੇਂ ਉਹ ਤਾਂ ਤਕਰੀਬਨ ਕਦੇ ਵੀ ਇਸ ਥਾਂੋਂ ਬਾਹਰ ਕਦਮ ਨਹੀਂ ਸੀ ਰੱਖਦੀ ਹੁੰਦੀ, ਸਿਵਾਏ ਵਿਰਲੇ ਹੀ ਕਿਸੇ ਦਿਨ ਗਲੀ ਦੇ ਮੋੜ 'ਤੇ ਸ੍ਰੀਲੰਕਾਈ ਕਰਿਆਨੇ ਵਾਲੇ ਤੋਂ ਚੌਲ ਜਾਂ ਖੰਡ ਮੁੱਲ ਲੈਣ ਜਾਣ ਦੇ ਲਈ। ਉਸਨੂੰ ਪੀਲੇ ਕਾਰਡਾਂ ਦੀ ਅਹਿਮੀਅਤ ਬਾਰੇ ਇੰਨੀ ਚੰਗੀ ਤਰ੍ਹਾਂ ਨਹੀਂ ਸੀ ਪਤਾ, ਪਰ ਫਿਰ ਵੀ ਇੰਨਾ ਤਾਂ ਉਹ ਜਾਣਦੀ ਸੀ ਕਿ ਇਹ ਜੋ ਵੀ ਸੀ ਕੋਈ ਚੰਗੀ ਖਬਰ ਨਹੀਂ ਸੀ। ਮੂੰਹ ਬੰਦ ਰੱਖ ਗੰਦੀ ਕੁੱਤੀ, ਤੇ ਆਪਣਾ ਕੰਮ ਕਰ ਜਿਹੜਾ ਕਰਨਾ। ਤੇ ਇੰਨਾ ਆਖ ਰੈਣਾ ਬੰਗਾਲਨ ਫੂੰ ਫੂੰ ਕਰਦੀ ਵਗ ਗਈ ਸੀ। ਤੁਸੀਂ ਸਾਲੇ ਬੰਗਲਾਦੇਸ਼ੀ ਝੂਠ ਮਾਰਦੇ ਕਿ ਪੱਛਮੀ ਬੰਗਾਲ ਦੇ ਹੋ, ਨਕਲੀ ਕਾਗਜ਼ਾਂ ਵਾਲੇ। ਤੁਸੀਂ ਸਾਲੇ ਮੇਰੀ ਮੁੰਬਈ 'ਚ ਘੁਸ ਕੇ ਆ ਕੇ ਇਸਨੂੰ ਗੰਦੀ ਤੇ ਬਿਮਾਰੀਆਂ ਵਾਲੀ ਕਰਦੇ ਹੋ। ਭਾਰਤੀ ਚਾਚੀ ਨੇ ਉਸਦੇ ਜਾਂਦੀ ਦੇ ਵੀ ਭਿਉਂ ਮਾਰੀਆਂ। ਅੰਮਾ ਨੇ ਭਾਰਤੀ ਚਾਚੀ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ, ਜਿਸਦਾ ਪਰ ਆਪਣਾ ਕੰਮ ਜਿਹੜਾ ਕਰਨਾ ਹੈ ਵੱਲ ਧਿਆਨ ਕਰਨ ਦਾ ਕੋਈ ਮੂਡ ਨਹੀਂ ਸੀ, ਤਾਂ ਉਸਨੇ ਚੁਸਤੀ ਵਰਤ ਕੇ ਉਸਨੂੰ ਗਰਮ ਚਾਹ ਦਿੱਤੀ ਤੇ ਨਾਲ ਹੀ ਗੱਲ ਦਾ ਮੂੰਹ ਵੀ ਹੋਰ ਪਾਸੇ ਕਰ ਦਿੱਤਾ। ਬਾਊ ਜੀ ਲਈ ਚਾਹ ਲੈ ਜਾ, ਅੰਮਾ ਨੇ ਸੁਧਾ ਨੂੰ ਹਿਦਾਇਤ ਕੀਤੀ, ਅਤੇ ਫਿਰ ਇਹਨਾਂ ਦੋਹਾਂ ਵੱਡੀਆਂ ਦੇ ਦਰਮਿਆਨ ਇੱਕ ਗੁੱਝੇ ਅਰਥਾਂ ਵਾਲੀ ਤੱਕਣੀ ਤੋਂ ਬਾਅਦ ਅੰਮਾ ਨੇ ਨਾ ਚਾਹੁੰਦਿਆਂ ਵਾਂਗ ਇੱਕ ਹੋਰ ਕੱਪ ਵੀ ਧਰ ਦਿੱਤਾ। ਬਾਊ ਜੀ ਲਈ ਚਾਹ ਲੈ ਜਾ, ਅੰਮਾ ਨੇ ਸੁਧਾ ਨੂੰ ਹਿਦਾਇਤ ਕੀਤੀ, ਅਤੇ ਫਿਰ ਇਹਨਾਂ ਦੋਹਾਂ ਵੱਡੀਆਂ ਦੇ ਦਰਮਿਆਨ ਇੱਕ ਗੁੱਝੇ ਅਰਥਾਂ ਵਾਲੀ ਤੱਕਣੀ ਤੋਂ ਬਾਅਦ ਅੰਮਾ ਨੇ ਨਾ ਚਾਹੁੰਦਿਆਂ ਵਾਂਗ ਇੱਕ ਹੋਰ ਕੱਪ ਵੀ ਧਰ ਦਿੱਤਾ। ਟਰੇ ਦਾ ਕੰਮ ਦਿੰਦੀ ਉਸ ਇੱਕ ਬੰਨਿਓ ਭੁਰੀ ਪਲੇਟ ਵਿੱਚ। ਸੁਧਾ ਧਿਆਨ ਨਾਲ ਸਾਂਭਦੀ ਹੋਈ ਟਰੇ ਉਸ ਲੱਕੜੀ ਦੀ ਵੰਡ ਦੇ ਪਾਰ ਉੱਧਰ ਨੂੰ ਲੈ ਗਈ ਜਿਸ ਨੂੰ ਦੂਸਰੇ ਕਮਰੇ ਵਾਂਗ ਵਰਤਿਆ ਜਾਂਦਾ ਸੀ। ਇਹ ਥਾਂ ਪੂਰੀ ਹਵਾ ਵਿਹੂਣੀ ਅਤੇ ਸਿੱਲੀ ਸੀ, ਕਿਉਂਕਿ ਸਿਵਾਏ ਉਸ ਛੱਤ ਦੀ ਟੁੱਟੀ ਫੱਟੀ ਦੇ ਜਿੱਥੋਂ ਟੋਟਾ ਕੁ ਅਸਮਾਨ ਦਿਸਦਾ ਸੀ, ਖਿੜਕੀ ਤਾਂ ਕੋਈ ਹੈ ਹੀ ਨਹੀਂ ਸੀ। ਥਾਂ ਬਸ ਇੱਕ ਮੰਜੀ ਡਾਉਣ ਜਿੰਨੀ ਹੀ ਸੀ, ਢਿਲਕੀ ਜਿਹੀ ਵਾਣ ਵਾਲੀ, ਜਿੱਥੇ ਉਸਦਾ ਪਿਤਾ ਉਸੇ ਤਰ੍ਹਾਂ ਜਾਮ ਹੋਇਆ ਪਿਆ ਸੀ ਜਿਹੋ ਜਿਹਾ ਉਹ ਆਪਣੀ ਸਾਰੀ ਜ਼ਿੰਦਗੀ ਉਸਨੂੰ ਦੇਖਦੀ ਆਈ ਸੀ। ਆਪਣੀ ਸਾਰੀ ਤਾਕਤ ਲਾ ਕੇ ਸੁਧਾ ਉਸਨੂੰ ਥੋੜ੍ਹਾ ਜਿਹਾ ਬਿਠਾਲਣ 'ਚ ਕਾਮਯਾਬ ਹੋ ਗਈ ਅਤੇ ਪਲੇਟ ਉਸਦੀ ਗੋਦੀ 'ਚ ਟਿਕਾ ਦਿੱਤੀ। ਉਸਨੇ ਉਸਦਾ ਜਕੜਿਆ ਹੋਇਆ ਹੱਥ ਚੁੱਕ ਕੇ ਟਰੇ ਦੇ ਨੇੜੇ ਰੱਖ ਦਿੱਤਾ। ਬੁੱਲ੍ਹਾਂ ਵਿੱਚੋਂ ਫੂਕਾਂ ਮਾਰ ਚਾਹ ਠੰਡੀ ਕਰਨ ਦੀ ਕੋਸ਼ਿਸ਼ ਕਰਦਿਆਂ ਉਸ ਨਿਗਾਹ ਥੱਲੇ ਘੁਮਾਈ ਅਤੇ ਮੰਜੀ ਥੱਲੇ ਕੁੰਗੜ ਕੇ ਪਈ ਆਪਣੀ ਭੈਣ ਦਾ ਪਤਲਾ ਜਿਹਾ ਆਕਾਰ ਦਿਸਿਆ। ਸੁਧਾ ਨੂੰ ਆਪਣੀ ਦੀਦੀ ਦੀਆਂ ਕਾਲੀਆਂ ਠਹਿਰੀਆਂ ਜਿਹੀਆਂ ਅੱਖਾਂ ਬਹੁਤ ਚੰਗੀਆਂ ਲੱਗਦੀਆਂ ਸਨ, ਅਤੇ ਉਸਦੇ ਲੰਮੇ ਘੁੰਘਰਾਲੇ ਵਾਲ ਵੀ, ਜਿਨ੍ਹਾਂ ਤੋਂ ਉਸਦੇ 18 ਸਾਲ ਦੀ ਹੋਣ ਦਾ ਪਤਾ ਹੀ ਨਹੀਂ ਸੀ ਲੱਗਦਾ।
ਤਕਰੀਬਨ ਉਸੇ ਵੇਲੇ ਉਸ ਸੁੱਤੀ ਹੋਈ ਮੂਰਤ ਨੇ ਵੀ ਅੱਖਾਂ ਖੋਲ੍ਹੀਆਂ ਅਤੇ ਚਾਹ ਵੱਲ ਨੂੰ ਉਲਰੀ। ਕੁਝ ਸਾਂਝਾ ਨਾ ਹੋਇਆ, ਇੱਕ ਸ਼ਬਦ ਵੀ ਨਾ। ਸੁਧਾ ਕਮਰੇ ਵਿੱਚੋਂ ਆ ਗਈ। ਸੁਧਾ ਨੇ ਓਮ ਪ੍ਰਕਾਸ਼ ਦੇ ਨਹਾਉਣ ਦੇ ਬਾਅਦ ਉਸਦੇ ਕੱਪੜੇ ਪਵਾਉਣ 'ਚ ਅੰਮਾ ਦੀ ਮਦਦ ਕੀਤੀ ਅਤੇ ਉਸਦੀ ਵੱਡੀ ਭੈਣ ਸੁੱਤ ਨੀਂਦੀ ਜਿਹੀ ਪੈਰ ਪੁੱਟਦੀ ਹੋਈ ਪਰਦੇ ਪਿਛਲੀ ਮੋਰੀ ਵੱਲ ਹੋਈ, ਜੋ ਥਾਂ ਕੇ ਪਿਸ਼ਾਬ ਕਰਨ ਅਤੇ ਨਹਾਉਣ ਲਈ ਖੁਰੇ ਦਾ ਕੰਮ ਦਿੰਦੀ ਸੀ। ਮਹਾਰਾਣੀ ਨੂੰ ਕਹਿ ਰਤਾ ਉਡੀਕ ਲਏ, ਨਿਆਣੇ ਦੀਆਂ ਚੀਜ਼ਾਂ ਚੁੱਕਣੀਆਂ ਹਨ। ਦੀਦੀ ਨੇ ਅੰਮਾ ਦੀ ਅਜਿਹੇ ਰੁੱਖੇ ਢੰਗ ਨਾਲ ਆਖੀ ਗੱਲ ਤੇ ਅੱਕੀ ਜਿਹੀ ਨੇ ਆਪਣੇ ਮੂੰਹ ਹੀ ਮੂੰਹ 'ਚ ਕੁਝ ਬੁੜਬੁੜ ਕੀਤੀ। ਸੁਧਾ ਨੂੰ ਤਾਂ ਆਦਤ ਸੀ ਆਪਣੀਆਂ ਦੋਹਾਂ ਵੱਡੀਆਂ ਵਿੱਚ ਵਿਚੋਲੀ ਬਣਨ ਦੀ, ਜੋ ਕਿ ਉਸ ਰਾਹੀਂ ਹੀ ਗੱਲ ਕਰਦੀਆਂ ਸਨ। ਦੀਦੀ ਨਹਾ ਕੇ ਨਿਕਲੀ ਪੂਰੀ ਤਿਆਰ, ਆਪਣਾ ਕਾਲਜ ਵਾਲਾ ਬਸਤਾ ਚੁੱਕਿਆ ਅਤੇ ਡੱਬੇ ਵੱਲ ਨੂੰ ਹੋਈ ਕੁਝ ਪੈਸੇ ਲੈਣ ਲਈ। ਡੱਬਾ ਖਾਲੀ ਸੀ। ਅੰਮਾ ਨੇ ਮੂੰਹ ਦੂਜੇ ਪਾਸੇ ਕਰ ਲਿਆ ਅਤੇ ਟਿਕਟਿਕੀ ਲਾ ਕੇ ਕਿਤੇ ਵੇਖਣ ਲੱਗੀ, ਭਾਵੇਂ ਕੋਈ ਚੀਜ਼ ਅਜਿਹੀ ਹੈ ਨਹੀਂ ਸੀ ਦੇਖਣ ਵਾਲੀ। ਅੱਜ ਮੈਂ ਦੇਰ ਨਾਲ ਆਵਾਂਗੀ ਕਿਉਂਕਿ ਅੱਜ ਮੇਰੀ ਡਾਂਸ ਪ੍ਰੈਕਟਿਸ ਹੈ, ਇਹ ਕਹਿ ਕੇ ਦੀਦੀ ਚਲੇ ਗਈ। ਅੰਮਾ ਨੇ ਸੁਧਾ ਨੂੰ ਹਾਕ ਮਾਰੀ ਤੇ ਉਹਨਾਂ ਦੋਹਾਂ ਫਰਸ਼ 'ਤੇ ਬਹਿ ਪਾਣੀ ਵਰਗੀ ਪਤਲੀ ਚਾਹ ਵਿੱਚ ਭਿਉਂ ਪੋਲੀ ਕੀਤੀ ਰਾਤ ਦੀ ਬਚੀ ਖੁਚੀ ਰੋਟੀ ਦਾ ਨਾਸ਼ਤਾ ਕੀਤਾ। ਬਹੁਤ ਵੱਡੀ ਦੂਰ ਦੂਰ ਤੱਕ ਫੈਲੀ ਚੱਟਾਨੀ ਉੱਚੀ ਨੀਵੀਂ ਧਰਤੀ 'ਤੇ ਪਈਆਂ ਝੁੱਗੀਆਂ ਵਾਲੀ ਉਹਨਾਂ ਦੀ ਇਸ ਬਸਤੀ ਵਿੱਚ ਰਾਤਾਂ ਕਦੇ ਵੀ ਚੁੱਪ ਅਤੇ ਸ਼ਾਂਤ ਨਾ ਹੁੰਦੀਆਂ। ਸੁਧਾ ਨੂੰ ਦਿਨ ਦੇ ਕੰਮ ਮੁਕਾ ਵੱਡੇ ਚੌਂਕ ਵੱਲ ਖੁੱਲ੍ਹਦੀ ਨਿੱਕੀ ਜਿਹੀ ਖਿੜਕੀ ਵਿੱਚੋਂ ਬਾਹਰ ਵੇਖਣਾ ਬਹੁਤ ਚੰਗਾ ਲੱਗਦਾ ਸੀ। ਮੇਨ ਰੋਡ ਤੋਂ ਹੀ, ਜਿੱਥੇ ਕਿ ਮਾਲ ਆਪਣੇ ਸ਼ਾਹਾਨਾ ਢੰਗ ਨਾਲ ਖੜ੍ਹੀ ਸੀ, ਇਹ ਪਤਲੀਆਂ ਬਿਨਾਂ ਲੁੱਕ ਵਾਲੀਆਂ ਗਲੀਆਂ ਇੱਕ ਦੂਜੀ ਦੇ ਬਰਾਬਰ ਚੱਲਦੀਆਂ ਆਉਂਦੀਆਂ ਸਨ। ਐਨ ਅੰਦਰਲੀ ਇਸ ਥਾਂ ਤੱਕ ਕੋਈ 2 ਕਿਲੋਮੀਟਰ ਦਾ ਘੱਟੇ ਮਿੱਟੀ ਵਾਲਾ ਰਕਬਾ। ਸੁਧਾ ਨੂੰ ਇਸ ਦੀ ਕਾਫੀ ਚੰਗੀ ਸਮਝ ਸੀ, ਕਿਉਂਕਿ ਉਸਨੇ ਰਿਕਸ਼ੇ ਵਾਲਿਆਂ ਨੂੰ ਆਪਣੇ ਗਾਹਕਾਂ ਨਾਲ ਇਹ ਕਹਿੰਦਿਆਂ ਹੋਇਆਂ ਲੜਦਿਆਂ ਸੁਣਿਆ ਸੀ ਕਿ ਉਹਨਾਂ ਨੂੰ ਧੋਖੇ ਨਾਲ ਇਸ ਭੁੱਲ ਭੁਲਈਆਂ ਦੇ ਐਨ ਅੰਦਰ ਤੱਕ ਲਾਉਣ ਲਈ ਫਸਾ ਲਿਆ ਗਿਆ ਹੈ। 2 ਪਿਆਕੜ ਉੱਚੀ ਬੋਲ ਅਤੇ ਗਾ ਰਹੇ ਸਨ। ਕਿਸੇ ਨੇ ਉਹਨਾਂ ਵੱਲ ਵਗਾ ਕੇ ਕੁਝ ਮਾਰਿਆ। ਉੱਚੀ ਕੱਢੀਆਂ ਜਾ ਰਹੀਆਂ ਗਾਲਾਂ ਦਾ ਰਾਜ ਹੋ ਗਿਆ। ਕੁਝ ਤੀਵੀਆਂ ਨਾਲ ਦੀਆਂ ਬਿਲਡਿੰਗਾਂ ਵਿੱਚ ਕੰਮ ਕਰਦੀਆਂ ਬਾਈਆਂ ਅਮੀਰਾਂ ਲਈ ਰਾਤ ਦਾ ਖਾਣਾ ਬਣਾ ਕੇ ਘਰ ਪਰਤ ਰਹੀਆਂ ਸਨ। ਉਹ ਜੱਡਾਂ ਦੀ ਇੱਕ ਟੋਲੀ ਰੰਗ ਬਿਰੰਗੇ ਕੱਛੇ ਬਨੈਨਾਂ 'ਚ ਇੱਕ ਨੰਗੇ ਬਲਬ ਕੋਲ ਨੈੱਟ ਲਾ ਘੱਟੇ ਦੇ ਬੱਦਲ 'ਚ ਖੁਸ਼ੀ ਬਾਸਕਟਬਾਲ ਖੇਡ ਰਹੀ ਸੀ। ਭੁੱਖ ਦਾ ਮਾਰਿਆ ਅਵਾਰਾ ਕੁੱਤਿਆਂ ਦਾ ਇੱਕ ਝੁੰਡ ਰਾਤ ਦੀ ਛਾਤੀ ਵਿੱਚ ਹੂ ਕਰਕੇ ਉੱਚੀ ਰੋ ਰਿਹਾ ਸੀ। ਕੁਝ ਤੀਵੀਆਂ ਅਜੇ ਵੀ ਖੁੱਲ੍ਹੇ ਅਸਮਾਨ ਹੇਠ ਲੱਕੜ ਦਾ ਆਰਜ਼ੀ ਜਿਹਾ ਚੁੱਲ੍ਹਾ ਬਾਲ ਰਾਤ ਦਾ ਡੰਗ ਰਿੰਨ ਰਹੀਆਂ ਸਨ ਅਤੇ ਦਿਸਦਾ ਪਿਆ ਸੀ ਸੁਧਾ ਨੂੰ ਰਾਤ ਦੇ ਵਿੱਚ ਉੱਪਰ ਵੱਲ ਨੂੰ ਜਾਂਦਾ ਉਹਨਾਂ ਦਾ ਸੁੱਤਲ ਧੂੰਆਂ। ਤਦੇ ਇੱਕ ਆਟੋ ਰਿਕਸ਼ਾ ਸੱਪ ਵੱਲ ਖਾਂਦਾ ਉੱਚੀ ਗਾਣੇ ਲਾਈ ਗਲੀ 'ਚ ਵੜਿਆ। ਉਸਦੇ ਅਗਲੇ ਸ਼ੀਸ਼ੇ ਤੋਂ ਲਮਕਦੀਆਂ ਅਤੇ ਝੂਟਦੀਆਂ ਚਿੱਟੇ ਮੋਗਰੇ ਦੇ ਫੁੱਲਾਂ ਦੀਆਂ ਲੜੀਆਂ ਵੱਲ ਉਸਦਾ ਧਿਆਨ ਗਿਆ। ਰਿਕਸ਼ੇ ਵਿੱਚ ਥਾਂ ਨੱਚ ਕਮਲੀਆਂ ਹੁੰਦੀਆਂ ਲਾਈਟਾਂ ਲੱਗੀਆਂ ਹੋਈਆਂ ਸਨ ਅਤੇ ਵਿੱਚੋਂ ਨਿਕਲੀ ਇੱਕ ਮੁਟਿਆਰ। ਇੱਕ ਸਕਿੰਟ ਹੀ ਲੱਗਾ ਸੁਧਾ ਨੂੰ ਆਪਣੀ ਭੈਣ ਨੂੰ ਇਸ ਨਵੇਂ ਰੂਪ ਵਿੱਚ ਪਛਾਣਨ ਲਈ। ਉਸਨੇ ਕਸਵੇਂ ਕੱਪੜੇ ਪਹਿਨੇ ਹੋਏ ਸਨ ਅਤੇ ਉਸਦੇ ਚਿਹਰੇ 'ਤੇ ਚਾਕ ਵਰਗੀ ਚੀਜ਼ ਦਾ ਮੇਕਅਪ ਸੀ। ਹੋਰ ਤਾਂ ਹੋਰ ਉਹ ਅਜੀਬ ਜਿਹੇ ਉੱਚੀ ਅੱਡੀ ਵਾਲੇ ਠੱਕ ਕਰ ਰਹੇ ਸੈਂਡਲਾਂ 'ਚ ਆਪਣਾ ਆਪ ਮਸਾਂ ਹੀ ਸਾਂਭਦੀ ਪਈ ਸੀ, ਜਦੋਂ ਡਿਗੂ ਕਰਦੀ ਜਈ ਘਰ ਵੱਲ ਹੋਈ। ਸੁਧਾ ਨੇ ਭੱਜ ਕੇ ਬੂਹਾ ਖੋਲ੍ਹਿਆ ਤੇ ਉਨੀ ਚੁੱਪਚਾਪ ਜਾ ਕੇ ਆਪਣੀ ਛਿੱਜੀ ਹੋਈ ਚਟਾਈ 'ਤੇ ਪੈ ਗਈ। ਦੀਦੀ ਪੀਲੀ ਭੂਕ ਅਤੇ ਥੱਕੀ ਹੋਈ ਅੰਦਰ ਆਈ। ਉਹ ਡੱਬੇ ਵੱਲ ਗਈ ਅਤੇ 200 ਦੇ ਨੋਟ ਉਸ ਵਿੱਚ ਰੱਖ ਦਿੱਤੇ। ਅੰਮਾ ਜਾਗ ਪਈ ਉਸੇ ਕੁ ਵੇਲੇ ਅਤੇ ਉਹਨਾਂ ਦੀਆਂ ਅੱਖਾਂ 4 ਹੋਈਆਂ। ਦੀਦੀ ਨੇ ਸਾਫ਼ ਅਤੇ ਸਵਾਰੇ ਰਸੋਈ ਵਾਲੇ ਪਾਸੇ ਤੱਕਿਆ, ਸ਼ਾਇਦ ਇਹ ਹਿਸਾਬ ਲਾਉਂਦਿਆਂ ਕਿ ਅੱਜ ਫੇਰ ਉਸ ਲਈ ਕੋਈ ਰੋਟੀ ਨਹੀਂ ਸੀ ਛੱਡੀ ਗਈ। ਉਸਨੇ ਠੰਡਾ ਸਾਹ ਭਰਿਆ ਅਤੇ ਜਦੋਂ ਹੀ ਉਹ ਆਪਣੀ ਨੁੱਕਰ ਵੱਲ ਨੂੰ ਜਾਣ ਲਈ ਘੁੰਮੀ, ਉਸਦਾ ਪੈਰ ਉਖੜ ਗਿਆ ਤੇ ਉਹ ਡਿੱਗ ਪਈ। ਉਸਦਾ ਬਟੂਆ ਖੁੱਲ੍ਹ ਗਿਆ ਤੇ ਉਸ ਵਿਚਲਾ ਸਭ ਕੁਝ ਕਮਰੇ 'ਚ ਖਿਲਰ ਗਿਆ। ਪਲ ਵਿੱਚ ਹੀ ਸੁਧਾ ਉਸ ਕੋਲ ਜਾ ਪੁੱਜੀ ਸੀ। ਅੰਮਾ ਬਸ ਦੇਖੀ ਹੀ ਗਈ ਸੀ ਜਦੋਂ ਦੀਦੀ ਨੇ ਕੁਝ ਲੁਕਾਉਣ ਦੀ ਕੋਸ਼ਿਸ਼ ਕੀਤੀ। ਉਸ ਤੋਂ ਪਸੀਨੇ ਦੀ ਸ਼ਰਾਬ ਦੀ ਮਹਿਕ ਆ ਰਹੀ ਸੀ ਤੇ ਇੱਕ ਕੋਈ ਹੋਰ ਮਹਿਕ ਵੀ ਸੀ, ਜਿਹੜੀ ਉਂਝ ਤਾਂ ਭਾਵੇਂ ਜਾਣੀ ਪਛਾਣੀ ਸੀ, ਪਰ ਸੁਧਾ ਉਸ 'ਤੇ ਉਂਗਲ ਨਹੀਂ ਸੀ ਧਰ ਪਾ ਰਹੀ। ਬਟੂਆ ਮੇਰੇ ਕੋਲ ਲਿਆ, ਅੰਮਾ ਨੇ ਹੁਕਮ ਚਾੜਿਆ।
ਕੁਝ ਔਖ ਨਾਲ ਹੀ ਸੁਧਾ ਨੇ ਦੀਦੀ ਦੇ ਹੱਥਾਂ 'ਚੋਂ ਬਟੂਆ ਕੱਢਿਆ ਜਿਹੜਾ ਉਸ ਆਪਣੀਆਂ ਬਾਹਾਂ ਪਿੱਛੇ ਕਰਕੇ ਫੜਿਆ ਹੋਇਆ ਸੀ ਅਤੇ ਆਗਿਆਕਾਰਤਾ ਨਾਲ ਇਹ ਅੰਮਾ ਨੂੰ ਲਿਆ ਫੜਾਇਆ, ਜਿਸ ਨੇ ਪਹਿਲਾਂ ਤਾਂ ਝੱਲਿਆਂ ਹਾਰ ਬਟੂਏ ਨੂੰ ਫਰੋਲਿਆ ਅਤੇ ਫਿਰ ਅਚਾਨਕ ਇਉਂ ਰੁਕ ਗਈ ਜਿਵੇਂ ਕਰੰਟ ਲੱਗਾ ਹੋਏ, ਜਿਵੇਂ ਸਭ ਬਰਬਾਦ ਹੋ ਗਿਆ ਹੋਏ। ਅਜਿਹੀ ਆਵਾਜ਼ 'ਚ ਉਸਨੇ ਸੁਧਾ ਨੂੰ ਕਿਹਾ ਕਿ ਜਾ ਕੇ ਨਾਲ ਦੇ ਕਮਰੇ 'ਚ ਸੌਂ ਜਾਵੇ। ਸੁਧਾ ਚੁੱਪਚਾਪ ਆਪਣੀ ਚਟਾਈ ਚੁੱਕ ਕੇ ਤੁਰ ਗਈ, ਪਰ ਲੱਕੜ ਦੀ ਵੰਡ ਦੀ ਇੱਕ ਝੀਤ ਵਿੱਚੋਂ ਅੰਦਰ ਤੱਕਦੀ ਰਹੀ। ਅੰਮਾ ਨੇ ਦੀਦੀ ਨੂੰ, ਜੋ ਫਰਸ਼ 'ਤੇ ਵਿਛੀ ਪਈ ਸੀ, ਚੁੱਕ ਕੇ ਪੂਰਾ ਸਿੱਧਾ ਕਰਕੇ ਕੰਧ ਦੇ ਨਾਲ ਲਾ ਕੇ ਬੈਠਿਆਂ ਕੀਤਾ। ਫਿਰ ਉਸਨੇ ਬਟੂਏ ਵਿੱਚੋਂ ਡਿੱਗੀਆਂ ਮੇਕਅਪ ਦੀਆਂ ਚੀਜ਼ਾਂ ਨੂੰ ਚੁੱਕਣਾ ਸ਼ੁਰੂ ਕੀਤਾ। ਧਿਆਨ ਦੇ ਨਾਲ ਉਸਨੇ ਪੀਲਾ ਪਾਊਡਰ ਪੈਕ, ਕੱਜਲ ਦੀ ਪੈਨਸਲ, ਮੈਰੂਨ ਭਾਅ ਦੀ ਸੁਰਖੀ, ਸਭ ਕੁਝ ਥਾਂ ਸਿਰ ਕੀਤਾ। ਅਖੀਰ ਕੰਬਦੇ ਹੱਥਾਂ ਨਾਲ ਉਸ ਇੱਕ ਪੀਲਾ ਕਾਰਡ ਕੱਢਿਆ ਅਤੇ ਕੰਬਦੀ ਆਵਾਜ਼ 'ਚ ਕੁਝ ਬੋਲੀ, HIV, ਏਡਸ। ਸੁਧਾ ਨੇ ਆਪਣੀ ਧੌਣ ਜਿੰਨੀ ਕੁ ਅੱਗੇ ਜਾ ਸਕਦੀ ਸੀ ਕੀਤੀ, ਇਹ ਸੁਣਨ ਲਈ ਕਿ ਕੀ ਆਖਿਆ ਜਾ ਰਿਹਾ ਸੀ। ਅੰਮਾ ਦੀ ਆਵਾਜ਼ ਵਿੱਚ ਜੋਸ਼ ਤਾਂ ਕੋਈ ਨਹੀਂ ਸੀ, ਪਰ ਉਹ ਪੂਰਾ ਸਾਫ਼ ਇਉਂ ਬੋਲ ਰਹੀ ਸੀ ਜਿਵੇਂ ਸੁਧਾ ਨੇ ਪਹਿਲਾਂ ਕਦੇ ਨਹੀਂ ਸੀ ਬੋਲਦੀ ਸੁਣੀ। ਮੈਨੂੰ ਪਸੰਦ ਤਾਂ ਤੂੰ ਕਦੇ ਵੀ ਬਹੁਤੀ ਨਹੀਂ ਸੀ, ਕਿਉਂਕਿ ਤੇਰੀ ਦਾਦੀ ਨੇ ਤੇਰਾ ਪਿਓ ਮੇਰੇ 'ਤੇ ਥੋਪ ਦਿੱਤਾ ਸੀ, ਜਦੋਂ ਕਿ ਮੈਂ ਤਾਂ ਉਸਦੇ ਭਰਾ ਤੇਰੇ ਚਾਚੇ ਨੂੰ ਪਿਆਰ ਕਰਦੀ ਸੀ। ਆਦਮੀ, ਸੁਧਾ ਸੋਚ ਗਈ, ਤਾਂ ਉਹ ਬਾਊ ਜੀ ਦਾ ਭਰਾ ਹੈ, ਤਾਂ ਹੀ ਤਾਂ ਇਹ ਦੇਖਣ ਨੂੰ ਇੱਕੋ ਜਿਹੇ ਲੱਗਦੇ ਸਨ। ਤਾਂ ਦੀਦੀ ਬਾਊ ਜੀ ਦੀ ਧੀ ਹੈ ਅਤੇ ਇਸੇ ਲਈ ਅੰਮਾ ਨੂੰ ਨਾ ਪਸੰਦ ਹੈ, ਪਰ ਉਹ ਆਪ ਅਤੇ ਓਮ ਪ੍ਰਕਾਸ਼ ਸਾਡਾ ਪਿਓ ਕਿਹੜਾ ਹੈ? ਸੁਧਾ ਦਾ ਸਾਹ ਔਖਾ ਜਿਹਾ ਕਰਦਾ ਬਾਹਰ ਆ ਰਿਹਾ ਸੀ, ਉਸਦੇ ਸਾਹ ਦੀ ਨਲੀ ਨੂੰ ਬੰਦ ਕਰੀ ਜਾਂਦਾ। ਅੰਮਾ ਧੀਮੀ ਸੁਰ 'ਚ ਆਪਣੇ ਆਪ ਨੂੰ ਕੋਸੀ ਜਾ ਰਹੀ ਸੀ। ਮੈਂ ਕਿਉਂ ਅਣਦੇਖਿਆ ਕਰੀ ਗਈ ਸੀ ਉਹ ਜੋ ਐਨ ਮੇਰੇ ਨੱਕ ਥੱਲੇ ਹੋ ਰਿਹਾ ਸੀ। ਸਾਰੀ ਦੁਨੀਆ ਮੈਨੂੰ ਖਬਰਦਾਰ ਕਰੀ ਜਾ ਰਹੀ ਸੀ ਤੇ ਅੰਮਾ ਪੀਲਾ ਕਾਰਡ ਫੜੀ ਅੱਖਾਂ ਚੁੰਨੀਆਂ ਕਰੀ ਉਸਨੂੰ ਜਾਂਚ ਰਹੀ ਸੀ। ਕਿਉਂ ਆਏ ਮੇਰਿਆ ਰੱਬਾ, ਮੈਂ ਤੈਨੂੰ ਇੰਨੀ ਬਿਮਾਰ ਹੋਣੋਂ ਬਚਾ ਨਾ ਸਕੀ। ਸੁਧਾ ਸੋਚ ਹੈਰਾਨ ਸੀ ਕਿ ਇਸ ਪੀਲੇ ਕਾਰਡ 'ਚ ਅਜਿਹੀ ਕਿਹੜੀ ਭੈੜੀ ਬਿਮਾਰੀ ਲਿਖੀ ਸੀ ਜਿਸ ਨੇ ਉਸਦੀ ਮਾਂ ਨੂੰ ਫਿਕਰ ਲਾ ਦਿੱਤਾ ਸੀ। ਉਸਨੂੰ ਭਾਰਤੀ ਚਾਚੀ ਦੀ ਰਹਿਣਾ ਬੰਗਾਲਨ ਨੂੰ ਕੀਤੀ ਟਿਚਕਰ ਚੇਤੇ ਆਈ। ਕੀ ਉਸਦੀ ਭੈਣ ਇੱਕ ਗੰਦੀ ਕੁੜੀ ਸੀ? ਕੀ ਉਸਦੀ ਭੈਣ ਮਰਨ ਲੱਗੀ ਹੈ? ਉਸਨੇ ਆਪਣਾ ਕੰਨ ਹੋਰ ਅੱਗੇ ਨੂੰ ਤੱਕਿਆ। ਅੰਮਾ ਤਕਰੀਬਨ ਫੁਸਫੁਸਾ ਰਹੀ ਸੀ। ਇਹ ਸਭ ਇਸ ਡੱਬੇ ਕਰਕੇ ਹੋਇਆ ਹੈ। ਡੱਬੇ ਨੇ ਮੈਨੂੰ ਅੰਨੀ ਕਰੀ ਰੱਖਿਆ। ਮੈਨੂੰ ਬਸ ਇੰਨਾ ਕੰਮ ਰਹਿ ਗਿਆ ਸੀ ਕਿ ਇਸ 'ਚ ਕਿੰਨਾ ਪੈਸਾ ਜਾਂਦਾ ਹੈ ਅਤੇ ਕਿੰਨਾ ਮੈਂ ਇਸ 'ਚੋਂ ਕੱਢ ਸਕਦੀ ਹਾਂ। ਪੈਸਾ ਕਿਵੇਂ ਆਉਂਦਾ ਹੈ ਅਤੇ ਕੌਣ ਇਸ ਵਿੱਚ ਪਾਉਂਦਾ ਹੈ, ਇਸ ਦੀ ਮੈਨੂੰ ਕੋਈ ਚਿੰਤਾ ਨਹੀਂ ਸੀ। ਅਤੇ ਮੈਂ ਵੀ ਕੀ ਕਰਦੀ? ਤੇਰਾ ਪਿਓ ਤਿਲਕ ਕੇ ਡਿੱਗ ਪਿਆ ਅਤੇ ਰੀੜ੍ਹ ਦੀ ਹੱਡੀ ਤੁੜਾ ਬੈਠਾ। ਉਦੋਂ ਦਾ ਹੀ ਪੂਰਾ ਰਹਿ ਗਿਆ ਹੋਇਆ ਹੈ। ਮੈਂ ਤੇਰੇ ਨਿੱਕੇ ਭੈਣ ਭਰਾ ਦਾ ਖਿਆਲ ਕਰਨਾ ਸੀ ਤਾਂ ਮੈਂ ਕੰਮ ਵੀ ਕਿਸ ਤਰ੍ਹਾਂ ਕਰਦੀ। ਤਾਂ ਜਦੋਂ ਤੂੰ ਕਿਹਾ ਕਿ ਤੂੰ ਕੰਮ ਕਰੇਂਗੀ ਅਤੇ ਆਪਣੇ ਕਾਲਜ ਦੀ ਫੀਸ ਆਪੇ ਦੇ ਲਏਂਗੀ, ਮੈਂ ਕਰਨ ਦਿੱਤਾ। ਮੈਨੂੰ ਆਪਣੀਆਂ ਅੱਖਾਂ ਖੁੱਲ੍ਹੀਆਂ ਰੱਖਣੀਆਂ ਚਾਹੀਦੀਆਂ ਸਨ, ਹੋਰ ਚੁਕੰਨੀ ਹੁੰਦੀ। ਅਤੇ ਹੁਣ ਤੂੰ ਮੈਥੋਂ ਖੋਈ ਜਾਏਂਗੀ। ਨਹੀਂ ਨਹੀਂ, ਹੁਣ ਮੇਰੀ ਵਾਰੀ ਹੈ, ਮੈਂ ਭਰਪਾਈ ਕਰਾਂਗੀ। ਸਾਡੇ ਧਰਮ ਵਿੱਚ ਇਸ ਨੂੰ ਪ੍ਰਾਸ਼ਚਿਤ ਕਿਹਾ ਜਾਂਦਾ ਹੈ। ਆਪਣੀ ਮਾਂ ਨੂੰ ਮੇਕਅਪ ਕਿੱਟ ਕੱਢ ਕੇ ਮੂੰਹ 'ਤੇ ਚਿੱਟਾ ਪਾਊਡਰ ਮਲਣ ਲੱਗੀ ਨੂੰ ਵੇਖਦੀ ਸੁਧਾ ਨੂੰ ਬਹੁਤ ਡਰ ਲੱਗ ਰਿਹਾ ਸੀ। ਉਦੋਂ ਹੀ ਦੀਦੀ ਨੇ ਵੀ ਪਹਿਲੀ ਵਾਰ ਰਤਾ ਹਿਲਜੁਲ ਕੀਤੀ। ਉਸਦੇ ਹੱਥ ਅੰਮਾ ਦੇ ਚਿਹਰੇ ਨੂੰ ਗਏ। ਆਪਣੇ ਦੁਪੱਟੇ ਦੇ ਸਿਰੇ ਨਾਲ ਉਸਨੇ ਪਹਿਲਾਂ ਤਾਂ ਸਾਰਾ ਪਾਊਡਰ ਪੂੰਝਿਆ, ਫਿਰ ਸੰਧੂਰ ਅਤੇ ਬਿੰਦੀ ਅਤੇ ਅਖੀਰ ਕੱਜਲ। ਸੁਧਾ ਸਹੁੰ ਖਾ ਕੇ ਕਹਿ ਸਕਦੀ ਸੀ ਕਿ ਉਸਦੀ ਸੋਹਣੀ ਮਾਂ, ਜਿਹੜੀ ਆਮ ਤੌਰ 'ਤੇ ਦੇਵੀ ਲక్ష్ਮੀ ਦੇ ਕੈਲੰਡਰ ਵਰਗੀ ਲੱਗਦੀ ਹੁੰਦੀ ਸੀ, ਹੁਣ ਇੱਕ ਦੁਖਿਆਰੀਆਂ ਅੱਖਾਂ ਵਾਲੀ ਵਿਧਵਾ ਜਾਪ ਰਹੀ ਸੀ। ਦੀਦੀ ਨੇ ਹੌਲੀ ਅੰਮਾ ਦੇ ਮੂੰਹ 'ਤੇ ਮੇਕਅਪ ਲਾਉਣਾ ਸ਼ੁਰੂ ਕੀਤਾ। ਚੁੰਧਿਆਉਂਦੀ ਹੇਠਲੀ ਬੇਸ, ਲਾਲੀ, ਬਹੁਰੰਗੀ ਲਿਸ਼ਕਦੀ ਆਈ ਸ਼ੈਡੋ। ਸੁਧਾ ਕੀਲੀ ਹੀ ਗਈ। ਉਸਦੀਆਂ ਅੱਖਾਂ ਸਾਹਮਣੇ ਉਸਦੀ ਮਾਂ ਇੱਕ ਦੇਵੀ ਤੋਂ ਇੱਕ ਵਿਧਵਾ ਤੋਂ ਇੱਕ ਰੰਡੀ ਵਿੱਚ ਵੱਟਦੀ ਜਾ ਰਹੀ ਸੀ। ਸੁਧਾ ਨੂੰ ਉਹ ਦੋਵੇਂ ਦਿਸ ਰਹੀਆਂ ਸਨ, ਮਾਂ ਅਤੇ ਧੀ ਇਕੱਠੀਆਂ ਜਿਹੀਆਂ ਹੋਈਆਂ, ਰਲ ਕੇ ਇੱਕ ਦੂਜੀ ਅੱਗੇ ਪੈਰਾਂ ਭਾਰ ਬੈਠੀਆਂ, ਲਾਚਾਰੀ ਅਤੇ ਪਿਆਰ ਦੀ ਇੱਕ ਅਜੀਬ ਤੰਦ ਨਾਲ ਇੱਕ ਦੂਜੀ ਨਾਲ ਬੱਝੀਆਂ। ਦੀਦੀ ਦੀਆਂ ਹਿੱਲੀ ਜਾਂਦੀਆਂ ਉਂਗਲਾਂ ਨੇ ਅੰਮਾ ਦੇ ਬੁੱਲ੍ਹ ਰੰਗਣੇ ਸ਼ੁਰੂ ਕੀਤੇ ਅਤੇ ਉਸਨੇ ਆਪਣੀ ਪਲੇਠੀ ਦੀ ਧੀ ਲਈ ਇੱਕ ਲੋਰੀ ਛੋਹ ਲਈ।
आजा मेरी गुड़िया ਮੇਰੇ ਸਪਨੋਂ ਕੀ ਪਰੀ। ਸੁਧਾ ਨੂੰ ਚੇਤੇ ਸੀ ਇਹ ਲੋਰੀ। ਚੰਗੀ ਰੌਂਚ ਹੁੰਦੀ ਤਾਂ ਅੰਮਾ ਇਹੋ ਗਾਉਂਦੀ ਸੀ ਓਮ ਪ੍ਰਕਾਸ਼ ਲਈ। ਕਹਿੰਦੀ ਤਾਂ ਸੀ ਅੰਮਾ ਕਿ ਉਹ ਇਹੋ ਉਸ ਦੇ ਲਈ ਵੀ ਗਾਉਂਦੀ ਹੁੰਦੀ ਸੀ ਨਿੱਕੀ ਹੁੰਦੀ ਦੇ, ਪਰ ਸੁਧਾ ਨੂੰ ਇਹੋ ਜਿਹਾ ਕੋਈ ਯਾਦ ਨਹੀਂ ਸੀ। ਪਰ ਹੁਣ ਅਖੀਰ ਅੰਮਾ ਇਹ ਲੋਰੀ ਆਪਣੀ ਕੁੱਖੋਂ ਜੰਮੀ ਇੱਕ ਉਸ ਔਲਾਦ ਲਈ ਗਾਉਣ ਰਹੀ ਸੀ ਜਿਸ ਨੂੰ ਉਹ ਹਮੇਸ਼ਾ ਨਾਪਸੰਦ ਕਰਦੀ ਆਈ ਸੀ। ਓਮ ਪ੍ਰਕਾਸ਼ ਦੀ ਕੰਨੀ ਲੋਰੀ ਪਈ ਤਾਂ ਉਹ ਜਾਗ ਹੀ ਪਿਆ, ਹੈਰਾਨ ਜਿਹਾ ਹੋਇਆ। ਅੰਮਾ ਨੇ ਸੁਧਾ ਨੂੰ ਹਾਕ ਮਾਰੀ ਜੋ ਝੱਟ ਦੇ ਨਹੀਂ ਲੱਕੜ ਦੀ ਵੰਡ ਪਿੱਛੋਂ ਰਾਹ ਕੱਢਦੀ ਆ ਖੜੋਤੀ। ਉਸ ਫਰਸ਼ ਤੋਂ ਆਪਣੀ ਭੈਣ ਦਾ ਦੁਪੱਟਾ ਚੁੱਕਿਆ ਅਤੇ ਬੜੀ ਮੁਹਾਰਤ ਨਾਲ ਆਪਣੇ ਮੋਢਿਆਂ 'ਤੇ ਲੈ ਲਿਆ, ਜਿਵੇਂ ਬੁੱਝ ਗਈ ਹੋਏ ਕਿ ਹੁਣ ਤੋਂ ਉਸ ਦਾ ਕੰਮ ਪ੍ਰਮੁੱਖ ਸਾਂਭ ਸੰਭਾਲੂ ਵਾਲਾ ਹੋਏਗਾ। ਫਿਰ ਉਸ ਆਪਣਾ ਨਿੱਕਾ ਵੀਰ ਚੁੱਕਿਆ, ਢਾਕੇ ਲਾਇਆ ਅਤੇ ਉਸ ਲਈ ਦੁੱਧ ਗਰਮ ਕਰਨ ਲਈ ਸਟੋਵ ਬਾਲਣ ਵੱਲ ਹੋ ਤੁਰੀ। ਦੀਦੀ ਪੀਲੀ ਭੂਖ ਅਤੇ ਮਰੀਅਲ ਲੱਗ ਰਹੀ ਸੀ। ਉਹ ਇੱਕ ਨੁੱਕਰੇ ਬੈਠੀ ਕੰਬੀ ਹੀ ਜਾ ਰਹੀ ਸੀ ਜਦੋਂ ਅੰਮਾ ਨੇ ਆਪਣੀ ਖਾਸ ਸਾੜੀ ਬੰਨੀ ਅਤੇ ਬਿਨਾਂ ਪਿਛਾਂਹ ਝਾਤੀ ਮਾਰਿਆਂ ਘਰੋਂ ਨਿਕਲ ਗਈ। ਸਕਿੰਟਾਂ ਬਾਅਦ ਉਸ ਦੀ ਆਵਾਜ਼ ਰਿਕਸ਼ੇ ਵਾਲੇ ਨਾਲ ਗੱਲ ਕਰਦੀ ਦੀ ਆਈ, ਪਰ ਫਿਰ ਉਸ ਨੱਚ ਝੱਲੀਆਂ ਹੁੰਦੀਆਂ ਲਾਈਟਾਂ ਵਾਲੇ ਆਟੋ ਰਿਕਸ਼ੇ ਦੀ ਕਰੜ ਦੀਆਂ ਆਵਾਜ਼ਾਂ ਵਿੱਚ ਇਹ ਗੁੰਮ ਗਵਾਚ ਗਈ ਜੋ ਕੱਚੀਆਂ ਸੜਕਾਂ ਤੋਂ ਦੀ ਹੁੰਦਾ ਹਾਈਵੇ ਵੱਲ ਨੂੰ ਨੱਸ ਪਿਆ, ਜਿੱਥੇ ਮਿਲਣੀ ਸੀ ਅੰਮਾ ਨੂੰ ਉਸ ਦੀ ਹੋਣੀ। ਇੱਧਰ ਸੁਧਾ ਨੇ ਝੱਕਦੀ ਜਈ ਨੇ ਲੱਕੜੀ ਦੀ ਵੰਡ ਪਿੱਛੇ ਝਾਤੀ ਮਾਰੀ ਅਤੇ ਉੱਥੇ ਉਸਨੂੰ ਜੋ ਦਿਸਿਆ ਉਹ ਤਾਂ ਹੋਰ ਵੀ ਬੋਲਤੀ ਬੰਦ ਕਰਨ ਵਾਲਾ ਸੀ। ਉਹੀ ਪੂਰਾ ਰਹਿ ਗਿਆ ਹੋਇਆ ਆਦਮੀ ਜਿਸ ਨੂੰ ਉਹ ਬਾਊ ਜੀ ਸੱਦਦੀ ਸੀ, ਜਿਸ ਨੇ ਜਦੋਂ ਤੋਂ ਉਸਨੂੰ ਚੇਤੇ ਸੀ ਕਦੇ ਇੱਕ ਲਫ਼ਜ਼ ਵੀ ਨਹੀਂ ਸੀ ਬੋਲਿਆ। ਉਹ ਪਹਿਲੀ ਵਾਰੀ ਬੋਲ ਰਿਹਾ ਸੀ ਆਪਣੀਆਂ ਅੱਖਾਂ ਨਾਲ। ਜਿੱਥੇ ਉਹ ਬੈਠੀ ਹੋਈ ਸੀ ਪੈਰਾਂ ਭਾਰ, ਉੱਥੋਂ ਉਸਨੂੰ ਉਸ ਟੁੱਟ ਚੁੱਕੇ ਪ੍ਰਵਾਸੀ ਦੀਆਂ ਅੱਖਾਂ ਦਿਸੀਆਂ, ਅਣਕੇਰੇ ਹੰਝੂਆਂ ਨਾਲ ਲੱਦੀਆਂ, ਅਤੇ ਛੱਤ ਦੀ ਟੁੱਟੀ ਫੱਟੀ ਵਿੱਚੋਂ ਦਿਸਿਆ ਉਸਨੂੰ ਦੂਰ, ਬਹੁਤ ਦੂਰ ਇੱਕ ਚਮਚਮ ਕਰਦਾ ਬੋਰਡ ਜਿਸ 'ਤੇ ਉਕਰਿਆ ਸੀ ਇਨਫਿਨਿਟੀ ਮਾਲ।